ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੈ, ਹਿਰਦੇ ਤੇ ਨਾ ਸਮਾਣੀ। ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਿਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈਹੋ ਤੁਮ ਕਥਾ ਸੁਧਾਰੀ। ਸਤਿਨਾਮ ਵਾਹਿਗੁਰੂ ਜੀ। ਰਾਗ ਬੈਰਾੜੀ। ਮਹੱਲਾ ਚੌਥਾ। ਘਰ ਪਹਿਲਾ। ਦੁਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੁਨ ਮਨ ਕਥ ਕਥਾ ਹਰਿ ਨਾਮ, ਰਿੱਧ ਬੁੱਧ ਸਿੱਧ ਸੁਖ ਪਾਵਹਿ। ਭਜ ਗੁਰਮਤਿ ਹਰਿ ਰਾਮ ਰਾਮ ਰਹਾਉ। ਨਾਨਾ ਖਿਆਨ ਪ੍ਰਾਨ ਜਸ ਊਤਮ, ਖਟ ਦਰਸ਼ਨ ਗਾਵਹਿ ਰਾਮ। ਸ਼ੰਕਰ ਕਰੋੜ ਤੇਤੀਸ ਧਿਆਇਓ, ਨਹੀਂ ਜਾਣਿਓ ਹਰਿ ਮਰਮਾ। ਸੁਰ ਨਾਰ ਗਣ ਗੰਧਰਵ ਜਸ ਗਾਵਹਿ, ਸਭ ਗਾਵਤ ਜੇਤ ਉਪਾਮ। ਨਾਨਕ ਕਿਰਪਾ ਕਰੀ ਹਰਿ ਜਿਨ ਕੋ, ਤੇ ਸੰਤ ਭਲੇ ਹਰਿ ਰਾਮ। ਨਾਨਕ ਕਿਰਪਾ ਕਰੀ ਹਰਿ ਜਿਨ ਕੋ, ਤੇ ਸੰਤ ਭਲੇ ਹਰਿ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਪਿਆਰਿਆਂ ਤੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ
ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਸੋ ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 719 ਤੇ ਸੁਸ਼ੋਭਿਤ ਹੈ। ਬੈਰਾੜੀ ਰਾਗ ਹੈ। ਚੌਥੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ 30 ਰਾਗਾਂ ਦੇ ਵਿੱਚ ਬਾਣੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਘਰ ਪਹਿਲੇ ਘਰ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦਾ ਉਪਦੇਸ਼ ਹੈ। 2 ਪਦੇ, ਇਹ ਸ਼ਬਦ 2 ਪਦਿਆਂ ਦਾ ਜੀ। ਪਹਿਲੋਂ ਅਕਾਲ ਪੁਰਖ ਦਾ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਰੱਬ ਇੱਕ ਹੈ। ਬਾਕੀ ਉਹਦੇ ਤੋਂ ਹੀ ਸਾਰੇ ਰੂਪ ਅਨੇਕਾਂ ਬਣੇ ਹੋਏ ਨੇ। ਜਦੋਂ ਉਸਨੇ ਇਹ ਖੇਡ ਖਤਮ ਕਰਨੀ ਹੈ ਤੇ ਸਾਰਾ ਕੁਛ ਉਹਨੇ ਆਪਣੇ ਵਿੱਚ ਹੀ ਸਮੇਟ ਲੈਣਾ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਸੋ ਸਾਰਾ ਕੁਝ ਉਹਨੇ ਆਪਣੇ ਵਿੱਚ ਮੇਲ ਲੈਣਾ। ਫਿਰ ਕਹਿੰਦੇ ਇੱਕ ਤੋਂ ਸਭ ਕੁਛ ਪੈਦਾ ਹੋਇਆ। ਓੰਗ, ਉਹ ਪ੍ਰਕਾਸ਼ ਹੈ। ਉਹਦਾ ਜਿਹੜਾ ਪ੍ਰਕਾਸ਼ ਹੈ ਚੰਦ ਸੂਰਜ ਤਾਰਿਆਂ ਵਰਗਾ ਪ੍ਰਕਾਸ਼ ਨਹੀਂ ਹੈ। ਅੱਜ ਜਿੱਦਾਂ ਦਾ ਸੂਰਜ ਚਮਕਦਾ ਹੈ, ਕਰੋੜਾਂ ਸੂਰਜ ਵੀ ਇੱਦਾਂ ਦੇ ਉਸ ਦੇ ਪ੍ਰਕਾਸ਼ ਦਾ ਮੁਕਾਬਲਾ ਨਹੀਂ ਕਰ ਸਕਦੇ। ਫਿਰ ਇੱਕ ਰਸ ਹੈ, ਇੱਕ ਰਸ ਹੈ। ਉੱਥੇ ਨਾ ਦੁੱਖ ਅੰਧੋ ਨਹੀਂ ਤੇ ਠਾਓ ਜੀ। ਉੱਥੇ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਧੇ ਨਹੀਂ ਤੇ ਠਾਓ। ਨਾ ਤਸਫੀਸ ਖਿਰਾਜ ਨਾ ਮਾਲ, ਖੌਫ ਨਾ ਖਥਾ ਨਾ ਤਰਸ ਜਿਵਾਲ। ਇਹ ਚੀਜ਼ਾਂ ਸੋ ਇਹ ਕਦੀ ਉੱਪਰ ਕਦੀ ਥੱਲੇ ਬੰਦੇ ਨੂੰ ਲੈ ਕੇ ਜਾਂਦੀਆਂ। ਕਦੀ ਡਰ ਹੋ ਗਿਆ, ਕਦੀ ਨਫਾ ਹੋ ਗਿਆ, ਕਦੀ ਨੁਕਸਾਨ ਹੋ ਗਿਆ, ਕਦੀ ਖੁਸ਼ੀ ਹੋ ਗਈ, ਕਦੀ ਗਮੀ ਹੋ ਗਈ, ਚਿੰਤਾ ਹੋ ਗਈ। ਅਤੇ ਉਹਦੇ ਇੱਦਾਂ ਦਾ ਨਹੀਂ ਹੈ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਉਹਦੇ ਘਰ ਵਿੱਚ ਤਾਂ ਹਰ ਵਕਤ ਆਨੰਦ ਹੈ, ਵਧਾਈਆਂ ਨੇ। ਇਹ ਚੀਜ਼ਾਂ ਨਹੀਂ ਹੁੰਦੀਆਂ। ਨਾਨਕ ਭਗਤਾਂ ਸਦਾ ਵਿਕਾਸ, ਬਲਕਿ ਉਸ ਦੇ ਨਾਂ ਨੂੰ ਜਪਣੇ ਵਾਲਾ ਜਿਹੜਾ ਭਗਤ ਹੈ ਉਸ ਦੇ ਹਿਰਦੇ ਵਿੱਚ ਵੀ ਉਹ ਚੀਜ਼ਾਂ ਆ ਜਾਂਦੀਆਂ। ਇੱਕ ਰਸ ਹੈ। ਫਿਰ ਸੱਤ ਹੈ, ਹਮੇਸ਼ਾ ਰਹਿਣੇ ਵਾਲਾ। ਸਤਿਗੁਰ, ਸਤਿਪੁਰਖ ਨੂੰ ਜਾਣਨੇ ਵਾਲਾ, ਉਹਨੂੰ ਸਤਿਗੁਰ ਕਿਹਾ ਜਾਂਦਾ। ਹੁਣ ਜਿਹੜਾ ਸੱਤ ਦਾ ਗਿਆਨ ਹੈ, ਜਿਸ ਦੇ ਕੋਲ ਸੱਤ ਦਾ ਗਿਆਨ, ਉਹਨੂੰ ਸਤਿਗੁਰ ਕਿਹਾ ਜਾਂਦਾ। ਸੱਤ ਦਾ ਗਿਆਨ ਵੀ ਹੋਵੇ ਅਤੇ ਸੱਤ ਦੇ ਗਿਆਨ ਨੂੰ ਦੱਸਣਾ ਵੀ ਆਉਂਦਾ ਹੋਵੇ, ਉਹ ਸਤਿਗੁਰ। ਗੁਰਬਾਣੀ ਨੂੰ ਆਧਾਰ ਬਣਾ ਲਿਆ ਸਤਿਗੁਰ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗਰਾ। ਜਿੱਦਾਂ ਬਾਬਾ ਫਰੀਦ ਜੀ ਕਹਿੰਦੇ ਹਾਂਜੀ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਵੀ ਅੱਲਾ ਦੇ ਨਾਲ ਜੁੜ ਕੇ ਰਹੋ। ਅੱਲਾ ਦੇ ਨਾਲ ਜਿਹੜਾ ਗੁਰਬਾਣੀ ਦੇ ਨਾਲ ਹਰ ਵਕਤ ਜੁੜ ਕੇ ਰਹਿੰਦਾ ਹੈ, ਉਹਨੂੰ ਫਿਰ ਪ੍ਰਸਾਦ ਉਹਦੀ ਕਿਰਪਾ ਦੇ ਨਾਲ ਸੱਤ ਦਾ ਗਿਆਨ ਹੋ ਜਾਂਦਾ। ਅਤੇ ਗੁਰਬਾਣੀ ਦੇ ਨਾਲ ਲੱਗ ਕੇ ਰਹਿਣਾ, ਲਗਾਅ ਬਣਾ ਕੇ ਰੱਖਣਾ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਸਾਡਾ ਤਾਂ ਲਗਾਅ ਹੀ ਹੋਰ ਪਾਸੇ ਹੈ। ਸਾਡਾ ਜਿਹੜਾ ਲਗਾਅ ਹੈ, ਲਗਨ, ਲਗਾਅ ਕੀ ਲਗਨ, ਸਾਡੀ ਲਗਨ ਕਿੱਥੇ ਹੈ? ਕਿਸੇ ਦੀ ਕਿਤੇ, ਕਿਸੇ ਦੀ ਕਿਤੇ ਲਗਨ ਲੱਗੀ ਹੋਈ ਹੈਗੀ। ਤਾਂ ਸਾਰੀ ਮਾਇਆ ਦੀ ਲਗਨ ਹੈ। ਚਾਹੇ ਪਰਿਵਾਰ ਵਿੱਚ ਹੈ ਇਹ ਲੱਗਾ ਹੋਇਆ, ਚਾਹੇ ਕਾਰੋਬਾਰ ਵਿੱਚ ਲੱਗਾ ਹੋਇਆ ਹੈ। ਪਰ ਜੇ ਪਰਿਵਾਰ 'ਚੋਂ ਨਿਕਲਦਾ ਹੈ ਨਾ, ਜਦੋਂ ਇਹਨੇ ਕੰਮਕਾਰ 'ਤੇ ਜਾਣਾ, ਪਰਿਵਾਰ ਨੂੰ ਆਪਣੀ ਜਿਹੜੀ ਲਗਨ ਹੈ ਤੋੜਦਾ। ਇੱਕ ਪਾਸਿਓਂ ਤੋੜਿਆ, ਦੂਜੇ ਪਾਸੇ ਜੋੜਿਆ, ਹੈਗੇ ਦੋਨੇ ਮਾਇਆ। ਪਰਿਵਾਰ ਵੀ ਉਹ ਵੀ ਮਾਇਆ ਦੇ ਵਿੱਚ ਹੈ, ਅਤੇ ਦੂਜੇ ਪਾਸੇ ਕੰਮਕਾਰ ਉਹ ਵੀ ਮਾਇਆ ਦੇ ਵਿੱਚ ਹੀ ਹੈ। ਫਿਰ ਕੰਮਕਾਰ ਤੋਂ ਜੇ ਕਿਸੇ ਦੇ ਘਰ ਆਉਣਾ ਜਾਣਾ, ਉਹਦੀ ਇੱਕ ਲਗਨ ਬਣ ਜਾਂਦੀ, ਉਹ ਵੀ ਮਾਇਆ ਹੀ ਹੈ। ਕਿਸੇ ਦੇ ਵਿਆਹ ਸ਼ਾਦੀ, ਖੁਸ਼ੀ ਗਮੀ, ਉੱਧਰਲੀ ਲਗਨ ਲੱਗ ਗਈ ਨਾ, ਤਦੇ ਖਿੱਚ ਪੈਂਦੀ ਹੈ। ਜਿਹਦੀ ਲਗਨ ਲੱਗ ਜਾਂਦੀ, ਖਿੱਚ ਪੈਂਦੀ, ਮੈਂ ਉੱਧਰ ਜਾਣਾ। ਫਿਰ ਜਿੱਥੇ ਬੈਠਾ ਤਾਂ ਉਹਦੇ ਨੂੰ ਲਗਨ ਟੁੱਟ ਜਾਂਦੀ ਹੈ। ਇਹ ਸਾਡਾ ਰੋਜ਼ਮਾਰੇ ਦੀ ਜ਼ਿੰਦਗੀ ਵਿੱਚ ਚੱਲਦਾ। ਇੱਕ ਪਾਸੇ ਲਗਨ ਟੁੱਟ ਰਹੀ ਹੈ, ਦੂਜੇ ਪਾਸੇ ਲਗਨ ਲੱਗ ਰਹੀ। ਲਗਾਅ ਬਣਾਉਣਾ। ਅਤੇ ਉਹ ਭਗਤ ਹੁੰਦੇ ਨੇ ਜਿਹੜੇ ਸੰਸਾਰ ਤੋਂ ਲਗਨ ਆਪਣੀ ਤੋੜ ਕੇ ਅਤੇ ਰੱਬ ਵਾਲੇ ਪਾਸੇ ਲਗਨ ਨੂੰ ਜੋੜਦੇ ਨੇ।
ਉਹ ਭਗਤ ਹੁੰਦੇ ਨੇ। ਉਹ ਗੱਲ ਨੂੰ ਕਹਿੰਦੇ ਫਰੀਦ ਸਾਹਿਬ ਪਿਆਰੇ ਅੱਲਾ ਲੱਗੇ। ਕਹਿੰਦੇ ਪਿਆਰਾ ਹੀ ਉਹ ਆ ਜਿਹੜਾ ਅੱਲਾ ਦੇ ਨਾਲ ਲੱਗਿਆ ਹੋਇਆ। ਜਿਹੜਾ ਅੱਲਾ ਦੇ ਨਾਲ ਲੱਗਿਆ ਉਹੀ ਉਹ ਪਿਆਰਾ ਆ। ਅਤੇ ਜਿਹੜਾ ਸੰਸਾਰ ਦੇ ਨਾਲ ਜੁੜਿਆ ਹੋਇਆ ਉਹ ਗੁਰੂ ਨੂੰ ਨਹੀਂ ਪਿਆਰਾ, ਹਰੀ ਨੂੰ ਨਹੀਂ ਪਿਆਰਾ। ਜਿਹੜਾ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਹਰੀ ਦਾ ਪਿਆਰਾ ਹੋ ਗਿਆ ਸਾਰਿਆਂ ਦਾ ਪਿਆਰਾ ਹੋ ਗਿਆ। ਜਿਹੜਾ ਸੋ ਗੁਰਬਾਣੀ ਦੇ ਨਾਲ ਜੁੜ ਗਿਆ ਉਹ ਹਰੀ ਦਾ ਪਿਆਰਾ, ਉਹ ਫਿਰ ਸਾਰਿਆਂ ਦਾ ਪਿਆਰਾ। ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ, ਉਹਦੀ ਕਿਰਪਾ ਚਾਹੀਦੀ ਹੈ। ਸੁਣ ਮਨ ਅਕਥ ਕਥਾ ਹਰ ਨਾਮ। ਹਰ ਨਾਮ ਕੀ ਹਰੀ ਦਾ ਜੋ ਹੁਕਮ ਹੈ, ਜਿਹੜਾ ਹਰੀ ਦਾ ਹੁਕਮ ਹੈ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਅਕਥ ਕਥਾ ਹੈ, ਅਕਥ ਕਥਾ ਹੈ। ਔਰ ਮਨ ਸੁਣਦਾ ਨਹੀਂ। ਜਿੰਨਾ ਚਿਰ ਮਨ ਹਰੀ ਦੇ ਨਾਮ ਨੂੰ, ਹਰੀ ਦੇ ਹੁਕਮ ਨੂੰ ਨਹੀਂ ਸੁਣਦਾ, ਇਸ ਅਕਥ ਕਥਾ ਨੂੰ ਨਹੀਂ ਸੁਣਦਾ, ਉਹਨਾਂ ਚਿਰ ਸੁਣ ਵਿੱਚ ਨਹੀਂ ਜਾ ਸਕਦਾ। ਉਹਨਾਂ ਚਿਰ ਫੁਰਨਿਆਂ ਤੋਂ ਰਹਿਤ ਨਹੀਂ ਹੋ ਸਕਦਾ। ਇਹ ਜਿਹੜਾ ਅਕਥ ਕਥਾ ਮਨ ਦਾ ਆਪਣਾ ਗਿਆਨ, ਜੋ ਮਨ ਦੇ ਅੰਦਰ ਜਿਹੜਾ ਗਿਆਨ ਚੱਲਦਾ ਨਾ, ਫਿਰ ਅਕਥ ਕਥਾ, ਅਕਥ ਕਥਾ ਹਰੀ ਦੀ ਅਕਥ ਕਥਾ ਮਨ ਹੀ ਜਾਣ ਸਕਦਾ ਹੈ ਹਰੀ ਦੀ ਅਕਥ ਕਥਾ ਨੂੰ। ਅਤੇ ਉਹ ਜਦੋਂ ਸੁਣ ਵਿੱਚ ਜਾਂਦਾ, ਫੁਰਨਿਆਂ ਤੋਂ ਰਹਿਤ ਹੁੰਦਾ, ਫਿਰ ਇਹਨੂੰ ਇਹ ਅਕਥ ਕਥਾ ਦੀ ਸਮਝ ਆਉਂਦੀ, ਨਹੀਂ ਤਾਂ ਨਹੀਂ ਆਉਂਦੀ। ਅਕਥ ਕਥਾ ਉਹ ਕਥਾ ਜਿਸ ਨੂੰ ਕਥਨ ਹੀ ਨਾ ਕੀਤਾ ਜਾ ਸਕੇ। ਗੁਰਬਾਣੀ ਅਕਥ ਕਥਾ ਹੈ। ਇਹਨੂੰ ਕਥਨ ਤਾਂ ਕਰ ਰਹੇ ਹਾਂ, ਪਰ ਕੋਈ ਨਹੀਂ ਕਹਿ ਸਕਦਾ ਜੀ ਮੈਂ ਇਸ ਨੂੰ ਕਥਨ ਪੂਰਾ ਕਰ ਲਿਆ, ਨਹੀਂ ਕਹਿ ਸਕਦਾ। ਜਿਉਂ ਜਿਉਂ ਇਹਨੇ ਡੂੰਘਾ ਜਾਈ ਜਾਣ, ਤਿਉਂ ਤਿਉਂ ਹੋਰ ਹੀਰੇ ਮੋਤੀ ਲੱਭੀ ਜਾਣੇ ਆ। ਸਾਗਰ, ਇਸ ਗਿਆਨ ਦੇ ਸਾਗਰ ਦੀ ਡੰਗਿਆਈ ਵੱਧਦੀ ਜਾਵੇਗੀ, ਵੱਧਦੀ ਜਾਵੇਗੀ, ਇਹਦਾ ਕੋਈ ਅੰਤ ਨਹੀਂ ਹੈ। ਇਸ ਕਰਕੇ ਇਹਨੂੰ ਅਕਥ ਕਥਾ ਕਹਿ ਦਿੱਤਾ। ਗਿਆਨ ਦਾ ਸਾਗਰ ਹੈ, ਅਕਥ ਕਥਾ ਹੈ। ਜਦੋਂ ਮਨ ਸੁਣਦਾ ਫਿਰ ਇਸ ਗੱਲ ਦਾ ਗਿਆਨ ਹੁੰਦਾ ਹੈ। ਜਿੰਨਾ ਚਿਰ ਮਨ ਹੀ ਨਹੀਂ ਸੁਣਦਾ ਉਹਨਾਂ ਚਿਰ ਤਾਂ ਮੂੰਹ ਕਾਕੇ ਹਵਾ ਹੀ ਹੈ। ਮੂੰਹ ਦੇ ਵਿੱਚ ਬਾਣੀ ਆਈ ਚੱਲ ਗਈ, ਹਵਾ ਹੀ ਹੈ। ਹਵਾ ਨਾਲ ਹੀ ਬੰਦਾ ਬੋਲਦਾ, ਸਾਹ ਨਾਲ ਹੀ ਬੰਦਾ ਬੋਲਦਾ, ਸਾਹ ਨਾਲ ਬੋਲਦਾ, ਬੋਲਾਂ 'ਚ ਬਾਣੀ ਰਹਿ ਜਾਂਦੀ ਹੈ। ਮੂੰਹ ਕਾਕੇ ਹਵਾ। ਸੋ ਜਦੋਂ ਮਨ ਸੁਣਨ ਲੱਗ ਪੈਂਦਾ ਅਤੇ ਫਿਰ ਇਹਨੂੰ ਪਤਾ ਲੱਗਦਾ ਵੀ ਹਾਂ ਭਈ ਅਕਥ ਕਥਾ ਹੈ ਕੀ, ਹੁਕਮ ਹੈ ਕੀ, ਨਾਮ ਹੈ ਕੀ। ਜਦੋਂ ਮਨ ਸੁਣਦਾ ਫਿਰ ਨਾਮ ਦੀ ਸੋਝੀ ਪੈਂਦੀ ਇਸ ਨੂੰ, ਫਿਰ ਸੁਣਨ ਵਿੱਚ ਜਾਂਦਾ। ਇਹ ਤਾਂ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ। ਚੱਲੇ ਚੱਲਣਹਾਰ ਵਿਚਾਰਾਂ ਲੈ ਮਨੋ। ਆਪੋ ਆਪਣੀਆਂ ਵਿਚਾਰਾਂ ਲੈ ਕੇ ਜੀ ਸਾਰੇ ਤੁਰ ਪੈਂਦੇ ਨੇ ਦਰਗਾਹ ਨੂੰ। ਇੱਥੇ ਵਿਚਾਰਾਂ ਖਤਮ ਕਰ ਲਓ, ਉਹਦੀਆਂ ਵਿਚਾਰਾਂ ਇੱਥੇ ਖਤਮ ਹੋ ਜਾਂਦੀਆਂ। ਜਿਹੜਾ ਮਨ ਸੁਣਨ ਵਿੱਚ ਚਲਾ ਗਿਆ, ਜਿਹੜਾ ਅਕਥ ਕਥਾ ਨੂੰ ਸਮਝਣ ਲੱਗ ਪਿਆ, ਉਹ ਆਪਣੀਆਂ ਵਿਚਾਰਾਂ ਖਤਮ ਕਰ ਲੈਂਦਾ। ਜਿੰਨਾ ਚਿਰ ਵਿਚਾਰਾਂ ਹੀ ਨਹੀਂ ਖਤਮ ਹੁੰਦੀਆਂ, ਅਕਥ ਕਥਾ ਸੁਣ ਹੀ ਨਹੀਂ ਸਕਦੇ। ਸਵਾਲ ਹੀ ਨਹੀਂ ਪੈਦਾ ਹੁੰਦਾ ਅਕਥ ਕਥਾ ਦੀ ਸੋਝੀ ਆ ਜਾਵੇ। ਆਪਣੀਆਂ ਵਿਚਾਰਾਂ ਜਿਹੜੀਆਂ ਨੇ ਇਹਨਾਂ ਨੂੰ ਮਾਰਨਾ ਪੈਂਦਾ। ਮਹਾਰਾਜ ਕਹਿੰਦੇ ਜਿੰਨਾ ਚਿਰ ਤੂੰ ਆਪਣੀਆਂ ਵਿਚਾਰਾਂ ਹੀ ਨਹੀਂ ਮਾਰਦਾ, ਤੂੰ ਨਾ ਤੂੰ ਤਰ ਸਕਦਾ ਨਾ ਤੂੰ ਤਾਰ ਸਕਦਾ। ਵਿਚਾਰ ਮਾਰੈ ਤਰੇ ਤਾਰੇ, ਉਲਟ ਜੋਨ ਨਾ ਆਵ। ਇਹ ਟੇਢੀਆਂ ਜੂਨਾਂ 'ਚ ਪਈ ਜਾਵੇਗਾ ਜੇ ਵਿਚਾਰਾਂ ਨੂੰ ਨਾ ਖਤਮ ਕੀਤਾ। ਵਿਚਾਰਾਂ ਖਤਮ ਕਰ ਲਾ। ਸੋ ਜਦੋਂ ਗੁਰੂ ਦੀ ਵਿਚਾਰ ਲੈ ਲਓ ਆਪੇ ਖਤਮ ਹੋ ਜਾਂਦੀ। ਜਿੱਦਾਂ ਹੁਣ ਆਪਾਂ ਤੁਰੇ ਜਾਂਦੇ ਹਾਂ ਅਤੇ ਸਾਡੇ ਹੱਥ ਦੇ ਵਿੱਚ ਕੋਈ ਰੋੜਾ ਆਇਆ, ਪੱਥਰ ਚੱਕਿਆ ਹੋਇਆ, ਅਤੇ ਸਾਨੂੰ ਰਾਹ 'ਚ ਸੋਨਾ ਮਿਲ ਜਾਵੇ, ਅਸੀਂ ਇੱਕਦਮ ਸਿੱਟਦੇ ਨੇ। ਸੋਨੇ ਨੇ ਥੋੜ੍ਹੀ ਕਿਹਾ ਵੀ ਸਿੱਟ ਦੇ, ਅੰਦਰੋਂ ਆਵਾਜ਼ ਆ ਗਈ ਵੀ ਸਿੱਟ ਇਹਨੂੰ ਪਰੇ, ਆਹ ਸੋਨਾ ਚੱਕ। ਇੱਦਾਂ ਹੀ ਹੈ। ਜਿੰਨਾ ਚਿਰ ਸਾਨੂੰ ਗੁਰੂ ਦੀ ਮੱਤ ਸੁਣਨ ਨੂੰ ਨਹੀਂ ਮਿਲਦੀ, ਜਿੰਨਾ ਚਿਰ ਸਾਨੂੰ ਗੁਰਮਤਿ ਵਿਚਾਰ ਨਹੀਂ ਪ੍ਰਾਪਤ ਹੁੰਦੀ, ਅਸੀਂ ਆਪੋ ਆਪਣੇ ਸੋ ਮਨ ਦੀ ਵਿਚਾਰ ਦੀ ਪਕੜ ਕਰਕੇ ਬੈਠੇ ਹੋਏ ਹਾਂ। ਮੈਨੂੰ ਪਤਾ, ਮੈਂ ਸਿਆਣਾ, ਮੈਂ ਜਾਣਦਾ, ਬਸ ਆ ਇਹਦੀ ਪਕੜ ਕਰਕੇ ਬੈਠੇ ਹੋਏ ਹਾਂ। ਇਹ ਕੀ ਹੈ? ਇੱਟਾਂ ਵੱਟੇ ਹੀ ਹੈ। ਮਨ ਦੀਆਂ ਵਿਚਾਰਾਂ ਕੀ ਇੱਟਾਂ ਵੱਟੇ ਹੀ ਹੈ। ਹੁਣ ਇੱਟ ਵੱਟਾ ਜਿਹੜਾ ਹੁੰਦਾ, ਜਦੋਂ ਇਹ ਡਿੱਗਦਾ ਨਾ, ਚਾਹੇ ਘਰ ਡਿੱਗੇ ਚਾਹੇ ਬਾਹਰ ਡਿੱਗੇ, ਇਹਨੇ ਥੋੜ੍ਹੀ ਦੇਖਣਾ ਵੀ ਇਹ ਘਰ ਦਾ ਬੰਦਾ। ਇਹ ਤਾਂ ਉੱਥੇ ਨੁਕਸਾਨ ਪਹੁੰਚਾਉਣਾ ਹੀ ਪਹੁੰਚਾਉਣਾ। ਘਰ ਦਾ ਬੱਚਾ, ਉਹਦੇ ਹੱਥ ਵਿੱਚ ਇੱਟ ਹੈ, ਜਦੋਂ ਇੱਟ ਮਾਰੂਗਾ ਨਾ, ਘਰ ਦੀਆਂ ਖਿੜਕੀਆਂ ਸ਼ੀਸ਼ੇ ਤੋਂ ਟੁੱਟਣ ਗਈ। ਉਹ ਇੱਟ ਵੱਟੇ ਨੇ ਤਾਂ ਇਹੀ ਕੰਮ ਕਰਨਾ। ਮਨ ਦੀ ਵਿਚਾਰ ਤਾਂ ਪੱਥਰ ਹੈ।
ਮਨ ਦੀ ਵਿਚਾਰ, ਪੱਥਰ ਸਾਰੇ ਹੱਥਾਂ 'ਚ ਲੈ ਕੇ ਘੁੰਮਦੇ ਫਿਰਦੇ ਨੇ। ਸੋ ਇਹੋ ਜਦੋਂ ਅਸੀਂ ਆਪਣੇ ਮਨ ਦੀ ਵਿਚਾਰ ਦੂਜੇ ਨੂੰ ਦੱਸਦੇ ਆ ਨਾ, ਮਤਲਬ ਪੱਥਰ ਮਾਰਦੇ ਪਏ, ਹੁਣ ਸੱਟ ਹੀ ਲੱਗਣੀ, ਸੱਟ ਹੀ ਲੱਗਣੀ। ਜਿਹੜੀ ਗੁਰੂ ਦੀ ਵਿਚਾਰ ਹੈ, ਗੁਰਮਤਿ ਵਾਲੀ ਵਿਚਾਰ ਹੈ, ਇਹ ਫੁੱਲ ਹੈ, ਫੁੱਲ। ਸੱਟ ਨਹੀਂ ਲੱਗਦੀ, ਖੁਸ਼ਬੂ ਮਿਲਦੀ ਹੈ, ਸੱਟ ਨਹੀਂ ਲੱਗਦੀ। ਸੋ ਇਹ ਜਦੋਂ ਗੁਰੂ ਦੀ ਵਿਚਾਰ ਪ੍ਰਾਪਤ ਹੋ ਗਈ ਹੈ ਨਾ, ਅਤੇ ਉਹ ਫਿਰ ਆਪੇ ਹੀ ਮਨ ਦੀ ਵਿਚਾਰ ਆਪਾਂ ਸਿੱਟ ਦੇਵਾਂਗੇ। ਜਿੰਨਾ ਚਿਕਰ ਗੁਰੂ ਦੀ ਵਿਚਾਰ ਹੀ ਨਹੀਂ ਮਿਲੀ, ਉਹਨਾਂ ਚਿਕਰ ਮਨ ਦੀ ਵਿਚਾਰ ਕਿੱਥੋਂ ਸਿੱਟ ਦੇਵਾਂਗੇ? ਉਹਨਾਂ ਨਹੀਂ ਸਿੱਟ ਸਕਦੇ। ਸੋ ਇਸ ਕਰਕੇ ਮਨ ਨੂੰ ਇਹ ਗੱਲਾਂ ਕਹਿਣੀਆਂ ਪੈਣੀਆਂ, ਮਨਾ ਤੂੰ ਕਿੱਧਰ ਦੀਆਂ ਵਿਚਾਰਾਂ ਪਕੜ ਕੇ ਬੈਠਾ, ਛੱਡਦੇ ਪਰੇ ਆਪਣੀਆਂ ਵਿਚਾਰਾਂ, ਛੱਡਦੇ ਹੈ ਨਹੀਂ, ਕੱਖ ਨਹੀਂ ਇਹਦੇ ਵਿੱਚ ਰੱਖਿਆ ਹੋਇਆ। ਅਤੇ ਇਹ ਗੁਰੂ ਦਾ ਗਿਆਨ ਸੁਣ, ਇਹ ਹੈ ਅਕਥ ਕਥਾ, ਇਹ ਅਕਥ ਕਥਾ ਹੈ। ਰਿੱਧ ਬੁੱਧ ਸਿੱਧ ਸੁਖ ਪਾਵੈ ਹੈ। ਹੁੰਦੇ ਨੇ ਜਿਹੜੇ ਸਿੱਧ ਹੋਏ ਨਾ, ਸਿੱਧ ਲੱਭਦੇ ਕੀ ਸੀ, ਲੱਭਦੇ ਕੀ ਸੀ? ਇਹਨਾਂ ਨੂੰ ਇੱਕ ਭਰਮ ਸੀਗਾ ਵੀ ਸ਼ਾਇਦ ਜਿਹੜੀਆਂ ਕਰਾਮਾਤੀ ਸ਼ਕਤੀਆਂ ਨੇ ਨਾ, ਬੰਦਾ ਉਡਣਾ ਸਿੱਖ ਜਾਵੇ, ਗੁਪਤ ਪ੍ਰਗਟ ਹੋਣਾ ਸਿੱਖ ਜਾਵੇ, ਸੋ ਮਿੱਟੀ ਦਾ ਕੀ ਬਣਾ ਦੇਣਾ, ਸੋਨੇ ਦਾ ਕੀ ਬਣਾ ਦੇਣਾ, ਪੱਥਰ ਦਾ ਕੀ ਬਣਾ ਕੇ ਰੱਖ ਦੇਣਾ। ਸੋ ਇਹ ਕਰਾਮਾਤਾਂ ਸ਼ਕਤੀਆਂ ਇਹਨਾਂ ਦੇ ਕੋਲ, ਵੀ ਇਹਦੇ 'ਚ ਸ਼ਾਇਦ ਸੁੱਖ ਹੈ। ਰਿੱਧੀਆਂ ਸਿੱਧੀਆਂ 'ਚ ਸੁੱਖ ਨਹੀਂ ਹੈ। ਸਿੱਧਾਂ ਨੇ ਕਰ ਵੇਖ ਹੀ ਲਿਆ, ਮਨ ਦਾ ਸੁੱਖ ਪ੍ਰਾਪਤ ਹੋਇਆ। ਮਨ ਦਾ ਸੁੱਖ ਤਾਂ ਉਦੋਂ ਮਿਲਣਾ ਜਦੋਂ ਸੁੰਨ ਵਿੱਚ ਜਾਂਦਾ, ਜਦੋਂ ਅਫੁਰ ਹੁੰਦਾ ਹੈ। ਇਹ ਅਕਥ ਕਥਾ ਦੇ ਗਿਆਨ ਤੋਂ ਬਿਨਾਂ ਮਨ ਸੁੰਨ ਵਿੱਚ ਨਹੀਂ ਜਾ ਸਕਦਾ, ਮਨ ਅਫੁਰ ਨਹੀਂ ਹੋ ਸਕਦਾ। ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਜਿੰਨੀਆਂ ਰਿੱਧੀਆਂ ਸਿੱਧੀਆਂ ਸਿੱਧਾਂ ਦੇ ਕੋਲ ਸੀ, ਕਿਸੇ ਕੋਲ ਵੀ ਨਹੀਂ ਹੈ, ਨਹੀਂ। ਜਾਂ ਵਿਗਿਆਨੀਆਂ ਕੋਲ, ਸਿੱਧ ਹੀ ਵੱਡੇ ਵਿਗਿਆਨੀ ਹੁੰਦੇ, ਬੁੱਧ ਕਰਕੇ। ਸੋ ਸਿੱਧ ਜਿਹੜੇ ਇਹਨਾਂ ਨੇ ਬੁੱਧ ਦੇ ਲੈਵਲ ਦੀ ਜਾ ਕੇ ਖੋਜ ਕੀਤੀ, ਬੁੱਧ ਕਰਕੇ ਸਿੱਧ ਬਣੇ ਨੇ। ਜੇ ਬੁੱਧ ਦਾ ਇਸਤੇਮਾਲ ਨਾ ਕਰਦੇ, ਸਿੱਧ ਨਹੀਂ ਸੀ ਬਣ ਸਕਦੇ। ਇੱਦਾਂ ਵਿਗਿਆਨੀ ਹੈ, ਬੁੱਧ ਦਾ ਇਸਤੇਮਾਲ ਕਰਦੇ ਤਾਂ ਵਿਗਿਆਨੀ ਬਣਦੇ, ਇਹ ਤਾਂ ਵਿਗਿਆਨੀ ਬਣ ਹੀ ਨਹੀਂ ਸਕਦੇ। ਅਤੇ ਗੁਰਮਤਿ ਦੇ ਵਿੱਚ ਇਹਨੂੰ ਵਿਗਿਆਨ ਕਹਿ ਦਿੱਤਾ, ਇਹਨੂੰ ਗਿਆਨ ਨਹੀਂ ਮੰਨਿਆ। ਇਹ ਗਿਆਨ ਤੋਂ ਪਰੇ ਲੈ ਕੇ ਜਾਂਦਾ। ਜਿਹੜਾ ਰੱਬੀ ਗਿਆਨ ਆ ਉਹਦੇ ਤੋਂ ਪਰੇ ਲੈ ਜਾਂਦਾ ਵਿਗਿਆਨ। ਜਿਹੜਾ ਵਿਗਿਆਨ ਦੇ ਨਾਲ ਜੁੜ ਗਿਆ, ਗਿਆਨ ਤੋਂ ਟੁੱਟ ਗਿਆ, ਉਹ ਗਿਆਨ ਤੋਂ, ਉਹ ਬ੍ਰਹਮ ਤੋਂ ਟੁੱਟ ਜਾਂਦਾ। ਉਹਦੇ ਅੰਦਰ ਕਿੰਤੂ ਪਰੰਤੂ ਪੈਦਾ ਹੋਣਗੇ। ਕਿਹਦੇ ਅੰਦਰ? ਜਿਹਨੇ ਵਿਗਿਆਨ ਨੂੰ ਪੜ੍ਹਿਆ ਹੋਇਆ, ਉਹ ਵਿਗਿਆਨ ਨੂੰ ਵੱਡਾ ਮੰਨ ਕੇ ਬਹਿ ਗਿਆ। ਹਿਰਦੇ ਦਾ ਗਿਆਨ ਵੱਡਾ ਹੁੰਦਾ, ਬੁੱਧ ਦਾ ਗਿਆਨ ਨਹੀਂ ਵੱਡਾ ਹੁੰਦਾ। ਸੋ ਬੁੱਧ ਦੇ ਗਿਆਨ ਦੁਆਰਾ ਹਿਰਦੇ ਵਿੱਚ ਪ੍ਰਵੇਸ਼ ਹੋ ਜਾਣਾ, ਉਹ ਤਾਂ ਠੀਕ ਹੈ। ਜੇ ਹੁਣ ਵੱਖਰਾ ਹੀ ਆਪਣਾ ਭਾਂਡਾ ਵਜਾਉਣ ਲੱਗ ਪਾਓ, ਅਤੇ ਉਹ ਫਿਰ ਵਿਗਿਆਨ ਹੀ ਬਣਨਾ। ਫਿਰ ਬੁੱਧੀ ਦੇ ਲੈਵਲ 'ਤੇ ਕਰੀ ਸੀ, ਉਹ ਤਾਂ ਵਿਗਿਆਨ ਬਣ ਜਾਂਦਾ। ਹਿਰਦੇ ਦਾ ਤਾਂ ਵਿਸ਼ਾਲ, ਇਸ ਦਾ ਦਾਇਰਾ ਹਿਰਦੇ ਦਾ ਨਾਪਿਆ ਤੋਲਿਆ ਨਹੀਂ ਜਾ ਸਕਦਾ, ਵਿਸ਼ਾਲ। ਹੁਣ ਮਹਾਰਾਜ ਇੱਥੇ ਕਹਿੰਦੇ ਨੇ ਰਿੱਧ ਬੁੱਧ, ਬੁੱਧੀ ਕਰਕੇ ਸਿੱਧ। ਹਾਂਜੀ, ਸਿੱਧੀ ਹੁਣ ਕਾਮਯਾਬੀ ਹੋ ਗਈ, ਹੈ ਨਾ। ਬੁੱਧੀ ਦੇ ਵਿੱਚ ਵੀ ਬੁੱਧੀ ਕਰਕੇ ਬੜਾ ਗਿਆਨ ਹਾਸਲ ਕਰ ਲਿਆ, ਵਿਗਿਆਨ ਲੈ ਲਿਆ, ਫਿਰ ਕਰਾਮਾਤੀ ਸ਼ਕਤੀਆਂ ਪ੍ਰਾਪਤ ਕਰ ਲਈਆਂ। ਕਾਹਦੇ ਵਾਸਤੇ? ਸੁੱਖ ਵਾਸਤੇ। ਕਹਿੰਦੇ ਨਹੀਂ, ਇਹਨਾਂ ਵਿੱਚ ਸੁੱਖ ਨਹੀਂ ਹੈ। ਸੁੱਖ ਪਾਵੇ, ਸੁੱਖ ਕਿੱਥੋਂ ਪ੍ਰਾਪਤ ਹੁੰਦਾ ਹੈ? ਭਜ ਗੁਰਮਤਿ ਹਰਿ ਰਾਮ ਰਾਮ। ਕਹਿੰਦੇ ਗੁਰੂ ਦੀ ਮੱਤ ਲੈ ਕੇ ਭਾਈ ਰਾਮ ਜਿਹੜਾ ਰਾਮ ਰਮਿਆ ਹੋਇਆ ਹੈ, ਜਿਹੜਾ ਰਾਮ ਰਮਿਆ ਹੋਇਆ ਹੈ। ਵੇਦ ਪੁਰਾਨ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਇੱਕ ਅੱਖਰ। ਇਹ ਇੱਕੋ ਹੀ ਅੱਖਰ ਦਾ ਵਿਖਿਆਨ ਕਰਦੇ ਪਏ ਨੇ। ਇੱਕ ਅੱਖਰ ਦੇ ਵਿੱਚ ਪ੍ਰੋ ਹੋ ਜਾਂਦੇ ਨੇ ਸਾਰੇ ਵੇਦ ਪੁਰਾਣ ਸਿਮਰਤੀਆਂ, ਸਭ ਕੁਝ, ਸਾਰੇ ਧਾਰਮਿਕ ਗ੍ਰੰਥ ਇੱਕ ਅੱਖਰ ਦੇ ਪ੍ਰੋ ਤੇ ਰਾਮ ਨਾਮ ਦੇ ਵਿੱਚ। ਸੋ ਰਾਮ ਜਿਹੜਾ ਸ਼ਬਦ ਹੈ, ਰਾਮ ਦਾ ਅਰਥ ਹੀ ਰਮਿਆ ਹੋਇਆ ਹੈ। ਰਾਮ ਦਾ ਅਰਥ ਹੀ ਰਮਿਆ ਹੋਇਆ ਹੈ। ਇਸ ਕਰਕੇ ਸੋ ਰਾਮ ਕਿਸੇ ਮਨੁੱਖ ਦਾ ਨਾਮ ਨਹੀਂ ਹੈ, ਕਿਸੇ ਅਵਤਾਰ ਦਾ ਨਾਮ ਨਹੀਂ ਹੈ। ਇਹ ਇੱਕੋ ਨਾਮ ਹੁਕਮ ਹੈ ਉਸ ਦਾ। ਮਹਾਰਾਜ ਕਹਿੰਦੇ ਫਿਰ ਭਾਈ ਉਹਦੀ ਜਿਹੜੀ ਬੁੱਧੀ ਅਤੇ ਉਹਦਾ ਗਿਆਨ ਉਹ ਪਰੇ ਤੋਂ ਪਰੇ ਹੋ ਜਾਂਦਾ। ਸੋ ਜਿਹੜਾ ਗੁਰਮਤਿ ਦੁਆਰਾ ਰਾਮ ਨੂੰ ਜਪਦਾ ਰਹਾ। ਨਾਨਾ ਖਿਆਨ ਪੁਰਾਨ ਜਸ ਉਤਮ ਖਟ ਦਰਸ਼ਨ
ਗਾਵਹਿ ਰਾਮ। ਪਤਾ ਨਹੀਂ ਕਿੰਨਾ ਕੁ ਸਮਾਂ ਲੱਗਦਾ ਹੁਣ ਪੁਰਾਣਾ ਨੂੰ ਪੜ੍ਹਨਾ, ਸਿਮਰਤੀਆਂ ਨੂੰ ਪੜ੍ਹਨਾ, ਸ਼ਾਸਤਰਾਂ ਨੂੰ ਪੜ੍ਹਨਾ, ਬੜਾ ਟਾਈਮ ਲੱਗਦਾ। ਫਿਰ ਨਾਨਾ ਖਿਆਨ, ਖਿਆਲੀ ਪ੍ਰਸੰਗ, ਜਿਹੜੇ ਖਿਆਲੀ ਪ੍ਰਸੰਗ ਹੁੰਦੇ ਨੇ ਆਪਣੇ ਗ੍ਰੰਥਾਂ ਦੇ ਵਿੱਚ ਬੜੇ ਖਿਆਲੀ ਪ੍ਰਸੰਗ ਲਿਖੇ ਗਏ ਨੇ। ਘਟਨਾ ਕੁਝ ਹੋਰ ਹੈ, ਆਪਣੇ ਖਿਆਲਾਂ ਦੇ ਵਿੱਚ ਲਿਖ ਕੁਝ ਹੋਰ ਦਿੱਤਾ। ਗੱਲ ਇੱਕੋ ਹੀ ਹੈ, ਵਿਦਵਾਨਾਂ ਨੇ ਆਪਣਾ ਖਿਆਲ ਵਿੱਚ ਬਾੜ ਕੇ ਹੈ ਨਾ ਇੱਕ ਹੀ ਸਾਖੀ ਨੂੰ ਕਈ ਤਰੀਕਿਆਂ ਦੇ ਨਾਲ ਲਿਖ ਦਿੱਤਾ। ਹੁਣ ਜਿਹੜਾ ਸਰੋਤਾ ਸੁਣਨੇ ਵਾਲਾ ਉਹ ਕਿਹੜੀ ਗੱਲ ਨੂੰ ਮੰਨੇ। ਇਹ ਤਾਂ ਸ਼ੁਕਰ ਹੈ ਮਹਾਰਾਜ ਨੇ ਗੁਰਬਾਣੀ ਵਿੱਚ ਇਹੋ ਜਿਹਾ ਰਲਾ ਨਹੀਂ ਕੋਈ ਪੈਣ ਦਿੱਤਾ। ਗੁਰਬਾਣੀ ਲਿਖੀ ਗਈ ਹੈ, ਗੁਰਬਾਣੀ ਦੇ ਅਰਥ ਲਿਖਣ ਦੀ ਇਜਾਜ਼ਤ ਨਹੀਂ ਦਿੱਤੀ ਮਹਾਰਾਜ ਨੇ। ਸੱਚੇ ਪਾਤਸ਼ਾਹ ਜੀ ਤਾਂ ਕਹੀ ਸਕਦੇ ਹਾਂ ਵੀ ਨਾਲ ਨਾਲ ਇੱਕ ਇੱਕ ਤੁਕ ਦੇ ਅਰਥ ਲਿਖੋ। ਇਹ ਜਿਹੜੇ ਸਿੱਖ ਪੜ੍ਹਨਗੇ ਭਾਈ ਆਪੋ ਆਪਣੀ ਅਵਸਥਾ ਦੇ ਨਾਲ ਅਰਥ ਕਰੀ ਜਾਣਗੇ, ਜਿੱਦਾਂ ਕਿਸੇ ਦੀ ਅਵਸਥਾ ਹੈ ਉਸ ਹਿਸਾਬ ਦੇ ਨਾਲ ਵਿੱਚੋਂ ਸੋ ਖੋਜ ਕਰੀ ਜਾਣਗੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਥ ਨਹੀਂ ਲਿਖੇ ਹੋਏ, ਇਸੇ ਕਰਕੇ ਸੋ ਇਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਵੀ ਜਦੋਂ ਛਪਾਈ ਹੋਈ ਹੈ ਅਤੇ ਉਸ ਵਕਤ ਵੀ ਜਿਹੜਾ ਲਗਾ ਮਾਤਰਾ ਦਾ ਫਰਕ ਆਉਂਦਾ ਹੈ ਨਾ, ਸੋ ਇਹ ਇੱਕ ਬੇਧਿਆਨੀ ਹੋਈ ਆ, ਬੇਧਿਆਨੀ ਨਾ ਕਚਿਆਈ ਸੀ ਇਹ ਵੀ ਭਾਈ ਜਿਹੜੀਆਂ ਪੁਰਾਤਨ ਬੀੜਾਂ ਤਾਂ ਅਗਨ ਭੇਟ ਕਰੀ ਜਾਂਦੇ ਨੇ, ਪੁਰਾਤਨ ਬੀੜਾਂ ਤਾਂ ਅਗਨ ਭੇਟ ਕਰੀ ਜਾਂਦੇ ਨੇ। ਉਹ ਤਾਂ ਖਜ਼ਾਨਾ ਸਾਡਾ, ਉਹ ਤਾਂ ਬੜਾ ਵੱਡਾ ਖਜ਼ਾਨਾ, ਉਹ ਤਾਂ ਜਿੰਨੀ ਸੇਵਾ ਸੰਭਾਲ ਹੋ ਸਕੇ ਉਨੀ ਹੀ ਥੋੜ੍ਹੀ ਸਾਂਭ ਕੇ ਰੱਖਣਾ ਚਾਹੀਦਾ। ਕੁਰਾਨ ਸ਼ਰੀਫ ਦੇ ਜਿਹੜੀਆਂ ਆਇਤਾਂ ਨੇ, ਮੁਸਲਮਾਨਾਂ ਨੇ ਹਜ਼ਾਰ ਪੁਰਾਣੇ ਕੁਰਾਨ, ਹਜ਼ਾਰ ਸਾਲ ਪੁਰਾਣੇ ਕੁਰਾਨ ਸ਼ਰੀਫ ਸਾਂਭ ਕੇ ਰੱਖੇ ਹੋਏ ਨੇ। ਇਹ ਤਾਂ ਪਹਿਲੇ ਕਹਿੰਦੇ ਜੀ ਬਿਰਧ ਹੋ ਗਏ, ਅਗਨ ਭੇਟ ਕਰ ਦਿਓ। ਸੇਵਾ ਸੰਭਾਲ ਕਿਉਂ ਨਹੀਂ? ਗੁਰਦੁਆਰੇ ਕਾਹਦੇ ਵਾਸਤੇ ਹੈ? ਗੁਰਦੁਆਰੇ ਕੇਵਲ ਸਮਾਗਮ ਕਰਾਉਣ ਲਈ ਨਹੀਂ ਰੱਖੇ ਹੋਏ। ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਪੁਰਾਤਨ ਬਿਰਧ ਸਰੂਪਾਂ ਦੀ ਸੇਵਾ ਹੀ ਨਹੀਂ ਹੈ ਅਤੇ ਫਿਰ ਗੁਰਦੁਆਰਾ ਕਾਹਦਾ? ਸੋ ਇਹ ਇੱਕ ਉਪਰਾਲਾ ਹੋਣਾ ਚਾਹੀਦਾ। ਘਰਾਂ 'ਚੋਂ ਲਿਆ ਕੇ ਕਹਿੰਦੇ ਗੁਟਕਾ ਬਿਰਧ ਹੋ ਗਿਆ ਜੀ, ਪੋਥੀ ਬਿਰਧ ਹੋ ਗਈ, ਗੁਰਦੁਆਰੇ ਲੈ ਆਉਂਦੇ ਆ। ਅਤੇ ਜੇ ਗੁਰਦੁਆਰਿਆਂ ਵਿੱਚ ਕਹਿੰਦਾ ਚਲੋ ਵੀ ਇਹਦੇ ਸਾਂਭ ਨਹੀਂ ਹੁੰਦੇ, ਹੁਣ ਇਹਦਾ ਸੰਸਕਾਰ ਕਰਦੇ, ਸਾੜਨ ਨੂੰ ਕਹਿੰਦੇ ਵੀ ਇਹ ਸਾਂਭਿਆ ਗਿਆ, ਫਿਰ ਉਹ ਤਾਂ ਹੱਥੀਂ ਬੇਅਦਬੀ ਤਾਂ ਅਸੀਂ ਖੁਦ ਕਰ ਦਿੰਦੇ ਹਾਂ। ਉਹ ਇੱਥੇ ਹੁਣ ਨਾਨਾ ਖਿਆਨ ਜਿਹੜੇ ਪ੍ਰਸੰਗ ਨੇ ਨਾ ਕੋਲੋਂ ਬਣਾ ਕੇ ਪਾਏ ਹੋਏ ਗ੍ਰੰਥਾਂ ਦੇ ਵਿੱਚ, ਉਹਨਾਂ ਦੀ ਗੱਲ ਕਰਤੀ। ਪੁਰਾਣਾਂ ਦੇ ਵਿੱਚ ਬਹੁਤ ਕੁਝ ਪਾਤਾ ਪੁਰਾਣਾਂ ਦੇ ਵਿੱਚ। ਜੇ ਕਿ ਜਿਹੜੇ 18 ਪੁਰਾਣ ਨੇ ਨਾ ਵੀ ਇਹ ਸਹੀ ਨੇ, ਇਹਨਾਂ ਵਿੱਚ ਬਹੁਤ ਕੁਝ ਕੋਲੋਂ ਪਾ ਦਿੱਤਾ ਗਿਆ ਹੈ। ਵੇਦਾਂ ਦੇ ਜਿਹੜੇ ਸ਼ਲੋਕ ਨੇ ਉਹਨਾਂ ਵਿੱਚ ਵੀ ਰਲਾ ਪੈ ਚੁੱਕਾ, ਉਹਨਾਂ ਵਿੱਚ ਵੀ ਰਲਾ ਆ, ਪੁਰਾਣਾਂ ਵਿੱਚ ਵੀ ਰਲਾ ਆ। ਹੋਰ ਜਿੰਨੇ ਵੀ ਪੁਰਾਤਨ ਗੀਤ ਆਇਆ, ਰਮਾਇਣ, ਤੁਲਸੀ ਦੀ ਰਮਾਇਣ ਅਤੇ ਵਾਲਮੀਕ ਦੀ ਰਮਾਇਣ, ਇਹੀ ਨਹੀਂ ਆਪਸ ਵਿੱਚ ਰਲਦੇ। ਉਹ ਵੀ ਰਮਾਇਣ ਹੈ, ਦੋ ਵੀ ਰਮਾਇਣ ਨਾ, ਉਹ ਵਿੱਚ ਆਪਣੇ ਖਿਆਲ ਵਿੱਚ ਪਾ ਦਿੱਤੇ। ਕਿਸੇ ਨੇ ਸੋ ਰਾਮ ਨੂੰ ਕਿਸੇ ਤਰ੍ਹਾਂ ਦਾ ਬਣਾ ਦਿੱਤਾ, ਕਿਸੇ ਨੇ ਕਿਸੇ ਤਰ੍ਹਾਂ ਦਾ ਬਣਾ ਦਿੱਤਾ। ਇਹਨੇ ਕ੍ਰਿਸ਼ਨ ਦੀਆਂ ਲੀਲਾਵਾਂ ਨੂੰ ਕਿਸੇ ਤਰ੍ਹਾਂ ਕਹਿ ਦਿੱਤਾ, ਕਿਸੇ ਨੇ ਕਿਸੇ ਤਰ੍ਹਾਂ ਕਹਿ ਦਿੱਤਾ। ਆਪਣੇ ਖਿਆਲਾਂ ਮੁਤਾਬਕ ਪ੍ਰਸੰਗ ਬਣਾ ਦਿੱਤੇ, ਵਿੱਚ ਪਾ ਦਿੱਤੇ। ਕਹਿੰਦੇ ਨਾਨਾ ਖਿਆਨ ਪੁਰਾਣ, ਇਹ ਜਿਹੜੇ ਨੇ ਨਾਨਾ ਪਰ ਜਸ ਉੱਤਮ, ਇਹਨਾਂ ਸਾਰਿਆਂ ਦੇ ਵਿੱਚੋਂ ਉਹਦਾ ਜਸ ਕਰਨਾ ਉਹ ਉੱਤਮ ਹੈ। ਖਟ ਦਰਸ਼ਨ, ਛੇ ਸ਼ਾਸਤਰ ਹੈ ਨਾ, ਛੇ ਸ਼ਾਸਤਰ, ਇਹਨਾਂ ਵਿੱਚ ਵੀ ਰਲਾ ਪਾ ਦਿੱਤਾ ਗਿਆ ਹੈ। ਭਾਈ ਜਿਹੜਾ ਉਹਦਾ ਜਸ ਗਾਉਣਾ, ਗਾਵਹਿ ਰਾਮ, ਉਹਦੀ ਉਸਤਤੀ ਕਰਨੀ, ਸਮਝ ਲਓ ਉਸਨੇ ਸਾਰੇ ਧਾਰਮਿਕ ਗ੍ਰੰਥ ਪੜ੍ਹ ਲਏ। ਕਹਿੰਦੇ ਜਿਹੜਾ ਉਹਦਾ ਜਸ ਗਾ ਰਿਹਾ ਹੈ। ਸ਼ੰਕਰ ਕਰੋੜ 33 ਧਿਆਇਓ, ਨਹੀਂ ਜਾਣਿਓ ਹਰ ਮਰਮਾ। ਸੋ ਸ਼ੰਕਰ ਕਹਿ ਦਿੱਤਾ, ਸ਼ਿਵ ਜੀ ਨੂੰ ਸ਼ੰਕਰ ਕਹਿ ਦਿੱਤਾ। ਕਰੋੜ 33 ਕਰੋੜ ਦੇਵੀ ਦੇਵਤੇ ਮੰਨੇ ਜਾਂਦੇ ਨੇ। ਧਿਆਇਓ, ਇਹ ਸਾਰੇ ਹੀ ਉਹਨੂੰ ਧਿਆ ਰਹੇ ਨੇ, ਪਰ ਨਹੀਂ ਜਾਣਿਓ ਹਰ ਮਰਮਾ, ਉਹ ਹਰੀ ਦਾ ਭੇਦ ਨਹੀਂ ਜਾਣ ਸਕੇ। ਧਿਆ ਰਹੇ ਨੇ ਸਨਕ ਸਨੰਦਨ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਕਹਿੰਦੇ ਧਿਆ ਰਹੇ ਨੇ, ਧਿਆਉਣੇ ਵਾਲੇ ਕਿਤੇ ਥੋੜ੍ਹੇ ਨੇ, ਬਹੁਤ ਧਿਆ ਕੇ ਪੂਰਨ ਪਦ ਪ੍ਰਾਪਤ ਕਰ ਰਹੇ ਨੇ, ਪਰ
ਅੰਤ ਨਹੀਂ ਪਾ ਸਕੇ। ਜਿਨੇ ਤੋਹੇ ਧਿਆਇਓ ਤੇਨੇ ਪੂਰਨ ਪ੍ਰਸਾਦ ਪਾਏ। ਪੂਰੀ ਕਿਰਪਾ ਪ੍ਰਾਪਤ ਹੋ ਜਾਏ। ਧਿਆਉਣ ਦੇ ਨਾਲ ਹੀ ਕਿਰਪਾ ਮਿਲਣੀ ਹੈ। ਜਿੰਨਾ ਚਿਰ ਉਸ ਨੂੰ ਯਾਦ ਹੀ ਨਾ ਕਰਾਂਗੇ ਤਾਂ ਕਿਰਪਾ ਕਿੱਥੋਂ ਮਿਲ ਜੂ? ਕਿਵੇਂ ਕਿਰਪਾ ਹੋਵੇਗੀ? ਪਰ ਅੰਤ ਨਹੀਂ ਕੋਈ ਪਾ ਸਕਿਆ। ਕਹਿੰਦੇ ਸੁਰ ਨਰ ਦੇਵਤਿਆਂ ਦੀ ਗੱਲ ਕਰਤੀ, ਮਨੁੱਖਾਂ ਦੀ ਗੱਲ ਕਰਤੀ। ਗਣ ਜਿਹੜੇ ਸ਼ਿਵ ਲੋਕ ਵਿੱਚ ਰਹਿਣੇ ਵਾਲੇ ਹੈ ਨਾ, ਸ਼ਿਵ ਲੋਕ ਮੰਨਿਆ ਜਾਂਦਾ ਜਿਵੇਂ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਲਿਖਿਆ, ਸ਼ਿਵ ਜੀ ਦੇ ਖਾਸ ਸੇਵਕ ਉਹਨਾਂ ਨੂੰ ਗਣ ਕਿਹਾ ਜਾਂਦਾ ਹੈ। ਜਿਹੜੇ ਸ਼ਿਵ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨ ਵਾਲੇ ਨੇ ਗਣ, ਇਹਦਾ ਉਹਨਾਂ ਨੂੰ ਗਣ ਕਹਿ ਦਿੱਤਾ। ਗੰਧਰਵ ਇਹ ਸਵਰਗ ਦੇ ਵਿੱਚ ਨੇ ਗੰਧਰਵ। ਗਵਈਏ ਦੇਵਤਿਆਂ ਦੇ ਰਾਗੀ, ਜੇ ਸਵਰਗ ਵਿੱਚ ਰਹਿ ਰਹੇ ਨੇ, ਗਵਈਏ ਨੇ, ਦੇਵਤਿਆਂ ਦੇ ਰਾਗੀ ਨੇ, ਅਤੇ ਕਿੰਨੇ ਕੁ ਸਾਜ਼ ਇਹਨਾਂ ਨੂੰ ਵਜਾਉਣੇ ਆਉਂਦੇ ਆ ਸੁਰ ਵਿੱਚ, ਅਤੇ ਕਿੰਨੇ ਕੁ ਇਹਨਾਂ ਦੇ ਗਲੇ ਸੁਰੀਲੇ ਹੋਣਗੇ। ਜਸ ਗਾਵੈ ਸਭ ਗਾਵਤ ਜੇਤ ਉਪਮ। ਸਾਰੇ ਜਾਣੇ ਉਹਦਾ ਹੀ ਜਸ ਗਾ ਰਹੇ ਨੇ। ਪਹਿਲੋਂ ਤਾਂ ਦੇਵਤੇ ਕਹਿਤਾ, ਮਨੁੱਖ ਕਹਿਤਾ, ਗਣਾਂ ਦੀ ਗੱਲ ਕਰਤੀ, ਗੰਧਰਵਾਂ ਦੀ ਗੱਲ ਕਰ ਦਿੱਤੀ, ਫਿਰ ਕਹਿਤਾ ਜੇਤ ਉਪਮ। ਜਿਸ ਨੂੰ ਵੀ ਪੈਦਾ ਉਸਨੇ ਕੀਤਾ ਹੋਇਆ, ਉਪਮ ਪੈਦਾ ਕੀਤਾ, ਸਭ ਗਾ ਰਹੇ ਨੇ। ਜਿਹੜੇ ਰੱਬ ਨੂੰ ਨਹੀਂ ਮੰਨਦੇ, ਕੁਦਰਤ ਨੂੰ ਮੰਨਦੇ ਨੇ ਵੀ ਕੁਦਰਤ ਸਭ ਕੁਛ ਕਰਦੀ ਹੈ। ਅਤੇ ਕੁਦਰਤ ਕਿਹਦੀ ਹੈ? ਕੁਦਰਤ ਰੱਬ ਦੀ ਬਣਾਈ ਹੋਈ ਹੈ। ਜੇ ਕੁਦਰਤ ਨੂੰ ਮੰਨ ਲਿਆ ਤਾਂ ਰੱਬ ਨੂੰ ਮੰਨ ਲਿਆ। ਜੇ ਸਿੱਧਾ ਡਾਇਰੈਕਟ ਨੂੰ ਰੱਬ ਨੂੰ ਮੰਨਦੇ ਨੇ ਅਤੇ ਜਾਂ ਕੁਦਰਤ ਨੂੰ ਮੰਨਦੇ ਨੇ, ਕੁਦਰਤ ਵਾਲੇ ਇਨਡਾਇਰੈਕਟਲੀ ਮੰਨ ਲੈਂਦੇ ਨੇ ਵੀ ਰੱਬ ਤਾਂ ਹੈ, ਵੀ ਕੁਦਰਤ ਵਾਰ। ਉਹ ਤਾਂ ਮਹਾਰਾਜ ਵੀ ਕਹਿੰਦੇ ਕੁਦਰਤ ਕਰਕੇ ਵਸਿਆ ਸੋਏ। ਜੇ ਰੱਬ ਨੂੰ ਵੇਖਣਾ ਨਾ ਵੀ ਰੱਬ ਕਿੱਥੇ ਵਸਿਆ ਹੋਇਆ, ਕਹਿੰਦੇ ਕੁਦਰਤ ਵਿੱਚ ਵੇਖ ਲਵੋ, ਕੁਦਰਤ ਕਰਕੇ ਵਸਿਆ ਸੋਏ। ਹੁਣ ਕੁਦਰਤ ਇਹ ਨਹੀਂ ਵੀ ਆ ਦਰਖਤਾਂ ਨੂੰ, ਨੇਚਰ ਨੂੰ ਹੀ ਕੁਦਰਤ ਮੰਨਿਆ ਜਾਵੇ, ਇਕੱਲੀ ਨੇਚਰ ਨੂੰ ਹੀ ਕੁਦਰਤ ਕਹਿੰਦੇ ਆ। ਹਵਾ ਆ, ਚਾਹੇ ਪਾਣੀ ਹੈ, ਚਾਹੇ ਦਰਖਤ ਨੇ, ਵੀ ਇਹ ਕੁਦਰਤ ਹੈ, ਨਹੀਂ। ਸੋ ਸਮੁੱਚੀ ਲੁਕਾਈ ਜੋ ਵੀ ਸਰਗੁਣ ਰੂਪ ਦੇਖਦੇ ਪਏ ਨਾ, ਜੋ ਵੀ ਪੈਦਾ ਕੀਤਾ ਹੋਇਆ, ਬਣਾਇਆ ਹੋਇਆ ਕਰਤੇ ਪੁਰਖ ਦੁਆਰਾ, ਸਾਰੀ ਤਾਂ ਕੁਦਰਤ ਹੈ। ਹੁਣ ਮਨੁੱਖ ਜਿਹੜਾ ਆ, ਇਹਨੂੰ ਵੀ ਤਾਂ ਕਬੀਰ ਨੇ ਕਹਿ ਦਿੱਤਾ ਵੀ ਕੁਦਰਤ ਕੇ ਸਭ ਬੰਦੇ। ਇਹ 84 ਲੱਖ ਸਾਰੀਆਂ ਹੀ ਜੋਨਾਂ ਕੁਦਰਤ ਦਾ ਹੀ ਇੱਕ ਹਿੱਸਾ ਹੈ। ਸਭ ਮੈਂ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਸਾਰੀ ਕੁਦਰਤ ਦੀਆਂ ਤੇ ਗੱਲਾਂ ਕੀਤੀਆਂ ਹੋਈਆਂ, ਕੁਦਰਤ। ਸੋ ਕੁਦਰਤ ਦਾ ਜਿਹੜਾ ਕਾਦਰ ਹੈ, ਜਿਹਨੇ ਕੁਦਰਤ ਨੂੰ ਪਛਾਣ ਲਿਆ, ਉਹ ਕੁਦਰਤ ਦੇ ਕਾਦਰ ਨੂੰ ਜਾਣ ਜਾਵੇਗਾ। ਕਿਉਂਕਿ ਜੋ ਕੁਦਰਤ ਕਰ ਰਹੀ ਹੈ, ਉਹ ਮਨੁੱਖ ਕਰ ਹੀ ਨਹੀਂ ਸਕਦਾ ਜੋ ਕੁਦਰਤ ਕਰਦੀ ਹੈ। ਹੁਣ ਮਨੁੱਖ ਦੇ ਕੋਲ ਕੋਈ ਐਸਾ ਰਿਮੋਟ ਕੰਟਰੋਲ ਹੈ ਜਿਹਦੇ ਨਾਲ ਆਪਣੀ ਮਰਜ਼ੀ ਦੇ ਨਾਲ ਸੂਰਜ ਨੂੰ ਚਾੜ ਦੇਵੇ, ਤਾਂ ਸੂਰਜ ਉਜਾਗਰ ਕਰ ਦੇਵੇ? ਹੈ ਕੋਈ ਐਸਾ ਰਿਮੋਟ ਕੰਟਰੋਲ? ਮਰਜ਼ੀ ਨਾਲ ਸੂਰਜ ਚਾੜੇ ਅਤੇ ਮਰਜ਼ੀ ਨਾਲ ਸੂਰਜ ਨੂੰ ਛਪਨ ਕਰ ਦੇਵੇ। ਮਰਜ਼ੀ ਦੇ ਨਾਲ ਇਹਨਾਂ ਦੀ ਸਪੀਡ ਵਧਾਵੇ ਘਟਾਵੇ। ਜਿੰਨੇ ਆ ਪਲੈਨਟ ਘੁੰਮ ਰਹੇ ਨੇ ਬ੍ਰਹਿਮੰਡ ਦੇ ਵਿੱਚ, ਇਹ ਕੁਦਰਤ ਦੀ ਸ਼ਕਤੀ ਹੈ। ਕੁਦਰਤ ਦੀ ਸ਼ਕਤੀ ਦੇ ਨਾਲ ਹੀ ਇਹ ਅਨੰਤ ਦੇ ਵਿੱਚ, ਖੁੱਲ੍ਹੇ ਆਸਮਾਨ ਦੇ ਵਿੱਚ, ਸਪੇਸ ਦੇ ਵਿੱਚ ਇਹ ਟਿਕੇ ਹੋਏ ਨੇ, ਘੁੰਮ ਰਹੇ ਨੇ। ਇਹ ਨਹੀਂ ਵੀ ਟਿਕਾ ਕੇ ਰੱਖ ਦਿੱਤੇ, ਨਾਲੇ ਘੁੰਮਦੇ ਪਏ ਨੇ, ਨਾਲੇ ਚੱਲਦੇ ਪਏ ਨੇ, ਨਾਲੇ ਘੁੰਮਦੇ ਪਏ ਨੇ, ਨਾਲੇ ਟਿਕੇ ਹੋਏ ਨੇ। ਇਹਨਾਂ ਨੂੰ ਸੂਤ ਕੇ ਰੱਖ ਦਿੱਤਾ, ਸੂਤ ਕੇ ਰੱਖ ਦਿੱਤਾ। ਕਿਹਨੇ ਕੀਤਾ ਹੈ? ਕੁਦਰਤ ਨੇ ਕੀਤਾ ਹੋਇਆ, ਕੁਦਰਤ ਨੇ। ਅਤੇ ਕੁਦਰਤ ਕਿਹਦੇ ਹੁਕਮ ਦੇ ਵਿੱਚ ਹੈ? ਕਾਦਰ ਦੇ ਹੁਕਮ ਦੇ ਵਿੱਚ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਹੀ ਤਾਂ ਗਾ ਰਹੇ ਨੇ। ਹੁਣ ਜਿਹੜਾ ਕੁਦਰਤ ਸਾਰੀ ਗਾ ਰਹੀ ਹੈ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ ਕੀ ਹੈ? ਕੁਦਰਤ ਸਾਰੀ ਉਸ ਨੂੰ ਗਾ ਰਹੀ ਹੈ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਵਿਚਾਰੇ। ਸੋ ਸਾਰੇ ਹੀ ਉਸ ਨੂੰ ਗਾ ਰਹੇ ਨੇ। ਹੁਣ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ, ਜਦੋਂ ਹਵਾ ਵੀ ਚੱਲਦੀ ਨਾ, ਉਹਨਾਂ ਨੂੰ ਹਵਾ ਦੇ ਵਿੱਚੋਂ ਵੀ ਨਾਮ ਸੁਣਦਾ ਹੈ। ਹਵਾ 'ਚੋਂ ਨਾਮ ਸੁਣਦਾ, ਧਰਤੀ 'ਚੋਂ ਨਾਮ ਸੁਣਦਾ, ਆਕਾਸ਼ 'ਚੋਂ ਨਾਮ ਸੁਣਦਾ।
ਜੋ ਬੋਲਤ ਮ੍ਰਿਗ ਮੀਨ ਪੰਖੇਰੂ, ਹਰ ਬਿਨ ਜਾਪਤ ਹੈ ਨਹੀਂ ਹੋਰ। ਹਰ ਇੱਕ ਬੋਲ ਦੇ ਵਿੱਚ ਉਹਦਾ ਨਾਮ ਸੁਣਦਾ ਹੈ, ਹਰ ਇੱਕ ਬੋਲ ਦੇ ਵਿੱਚੋਂ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਜਾਣ ਲਿਆ, ਪਹਿਚਾਣ ਲਿਆ, ਆਪਣੇ ਆਪ ਦੀ ਪੜਤਾਲ ਕਰ ਲਈ। ਇਸ ਕਰਕੇ ਮਹਾਰਾਜ ਕਹਿੰਦੇ ਜਿਹਨੂੰ ਵੀ ਪੈਦਾ ਕੀਤਾ ਸਾਰੇ ਤਾਂ ਉਸ ਨੂੰ ਗਾ ਰਹੇ ਨੇ। ਸਭ ਗਾਵਤ ਜੇਤ ਉਪਾਮ, ਨਾਨਕ ਕਿਰਪਾ ਕਰੀ ਹਰ ਜਿਨ ਕੋ, ਤੇ ਸੰਤ ਭਲੇ ਹਰ ਰਾਮ। ਤੇ ਇਸ ਸੰਸਾਰ ਦੇ ਵਿੱਚ ਭਲਾ ਤਾਂ ਸਾਰੇ ਹੀ ਚਾਹੁੰਦੇ ਨੇ ਵੀ ਮੈਨੂੰ ਲੋਕ ਭਲਾ ਕਹਿਣ, ਚੰਗਾ ਕਹਿਣ। ਇਹਦਾ ਚੋਰ ਵੀ ਚਾਹੁੰਦਾ ਵੀ ਮੇਰਾ ਮਾੜਾ ਕੰਮ ਨਾ ਕਿਤੇ ਪ੍ਰਗਟ ਹੋ ਜਾਵੇ। ਪਾਪੀ ਹੈ, ਚੋਰ ਹੈ, ਵਿਭਚਾਰੀ ਹੈ, ਅਤੇ ਘਰ ਵਿੱਚ ਜਿੱਦਾਂ ਮਰਜ਼ੀ ਹੈ, ਅਤੇ ਬਾਹਰ ਉਹ ਕੋਸ਼ਿਸ਼ ਕਰਦਾ ਮੈਂ ਚੰਗਾ ਬਣ ਕੇ ਰਹਾਂ, ਹੈ ਨਾ। ਬਾਹਰ ਨਾ ਕਿਤੇ ਮੇਰਾ ਪਰਦਾ ਨਾ ਕਿਤੇ ਉਜਾਗਰ ਹੋ ਜਾਵੇ। ਕਿਉਂ? ਚੰਗਾ ਚਾਹੁੰਦਾ ਹੈ। ਭਾਈ ਚੰਗਾ ਬਣਨਾ ਕਿਉਂ ਚਾਹੁੰਦਾ ਹੈ? ਕੋਈ ਚੰਗਾ ਬਣਨ ਦੇ ਨਾਲ ਚੰਗਾ ਲੱਗਦਾ, ਲੋਕ ਚੰਗਾ ਕਹਿਣ ਤੈਨੂੰ ਚੰਗਾ ਲੱਗਦਾ। ਅਤੇ ਜੇ ਚੰਗਾ ਕਹਿਣਾ ਚੰਗਾ ਲੱਗਦਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਝ ਕਰ, ਸੱਚ ਦੇ ਮਾਰਗ 'ਤੇ ਚੱਲਣਾ ਸ਼ੁਰੂ ਕਰ ਦੇ। ਉਸਤਤ ਕਰੇ ਜਹਾਨ, ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਨੇ ਅਤੇ ਉਹ ਪੂਰਾ ਜਹਾਨ ਉਸਤਤੀ ਕਰਦਾ। ਇਹਨੂੰ ਕਹਿਣਾ ਵੀ ਨਹੀਂ ਪੈਂਦਾ, ਇਹਨੂੰ ਕਹਿਣਾ ਨਹੀਂ ਪਏਗਾ। ਕਹੇਗਾ ਵੀ ਮੈਨੂੰ ਚੰਗਾ ਆਖੋ, ਮੇਰੀ ਸਿਫਤ ਕਰੋ, ਮੇਰੀ ਵਡਿਆਈ ਕਰੋ। ਉਹਦੀ ਵਡਿਆਈ ਇਕੱਲੇ ਇਹ ਲੋਕ ਵਾਲੇ ਨਹੀਂ ਕਰਦੇ, ਦੋ ਜਹਾਨਾਂ ਵਿੱਚ ਪਰਲੋਕ ਵੀ ਕਰਦਾ, ਪਰਲੋਕ ਵੀ ਉਸਤਤੀ ਕਰਦਾ। ਫਿਰ ਰਹਿੰਦੀ ਦੁਨੀਆ ਤੇ ਕਰ ਇਹ ਜਿਹੜੀ ਸਿਫਤ ਆ, ਜਿਹੜੀ ਵਡਿਆਈ ਆ, ਉਹ ਵੱਧਦੀ ਆ। ਕਬੀਰ ਦੀ ਵਡਿਆਈ ਜੋ ਅੱਜ ਤੋਂ ਪਹਿਲਾਂ ਜਦੋਂ ਕਬੀਰ ਸਾਹਿਬ ਵਿਚਰੇ ਸੰਸਾਰ ਵਿੱਚ, ਉਦੋਂ ਤਾਂ ਕਾਂਚੀ ਵਿੱਚ ਇਹਨਾਂ ਨੂੰ ਕੋਈ ਜਾਣਦਾ ਹੋਵੇਗਾ। ਅੱਜ ਪੂਰੇ ਵਿਸ਼ਵ ਦੇ ਵਿੱਚ ਕਬੀਰ ਸਾਹਿਬ ਜੀ ਦੀ ਵਡਿਆਈ ਹੈ। ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਅਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਰੀਰ ਕਰਕੇ ਵਿਚਰੇ ਹੈ, ਅਤੇ ਉਸ ਵੇਲਾ ਤਾਂ ਨਹੀਂ ਸੀ ਇੱਦਾਂ, ਉਸ ਵੇਲਾ ਨਹੀਂ ਸੀ। ਸੋ ਉਸ ਵੇਲਾ ਤਾਂ ਪਿੰਡ ਵਿੱਚੋਂ ਵੀ, ਘਰ ਵਿੱਚੋਂ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਸੀ। ਰਿਸ਼ਤੇਦਾਰਾਂ ਵਿੱਚ ਦੇਖ ਲਓ, ਸਹੁਰੇ ਘਰਾਂ 'ਚ, ਸਹੁਰਿਆਂ ਵਾਲੇ ਪਾਸੇ ਦੇਖ ਲਓ, ਕੋਈ ਸੀ ਇੱਕ ਐਸਾ ਸਹੁਰੇ ਪਰਿਵਾਰ ਦੇ ਵਿੱਚੋਂ ਕੋਈ ਇੱਕ ਐਸਾ ਹੋਵੇ ਜਿਹੜਾ ਗੁਰੂ ਨਾਨਕ ਦੀ ਵਡਿਆਈ ਨੂੰ ਸਮਝ ਗਿਆ ਹੋਵੇ। ਗੁਰੂ ਨਾਨਕ ਦੇ ਪਰਿਵਾਰ ਵਿੱਚੋਂ ਤਾਂ ਬੇਬੇ ਨਾਨਕੀ ਬੈਠੀ ਹੈ, ਉਹ ਤਾਂ ਸਮਝ ਗਈ ਵੀ ਇਹ ਮੇਰਾ ਵੀਰ ਕੋਈ ਸੰਸਾਰੀ ਨਹੀਂ ਹੈ, ਇਹ ਤਾਂ ਆਪ ਰੱਬ ਹੈ, ਖੁਦ ਖੁਦਾ ਹੈ। ਗੁਰੂ ਨਾਨਕ ਦੇ ਪਿੰਡ ਦੇ ਵਿੱਚੋਂ, ਗੁਰੂ ਨਾਨਕ ਜਿੱਥੇ ਗੁਰੂ ਨਾਨਕ ਪਾਤਸ਼ਾਹ ਤਲਵੰਡੀ ਵਿੱਚ, ਰਾਏ ਭੋਜ ਦੀ ਤਲਵੰਡੀ, ਉੱਥੋਂ ਦਾ ਹਾਕਮ ਸਮਝ ਗਿਆ, ਉਹਦਾ ਹਾਕਮ ਸਮਝ ਕੇ ਮਤਲਬ ਜਾਣਕਾਰੀ ਮਿਲ ਗਈ, ਪਤਾ ਲੱਗ ਗਿਆ। ਅਤੇ ਪਰ ਸੁਲਤਾਨਪੁਰ ਦੇ ਵਿੱਚ ਕੰਮ ਕੀਤਾ ਮਹਾਰਾਜ ਨੇ, ਕਿੰਨੇ ਕੁ ਸਮਝੇ ਹੈ ਨਹੀਂ। ਕੋਈ ਕੱਪੜਾ ਲੈਣ ਆਉਂਦਾ, ਕੋਈ ਮਾਇਆ ਲੈਣ ਆਉਂਦਾ, ਕੁਝ ਲੋੜਾਂ ਪੂਰੀਆਂ ਸਾਰੇ ਕਰ ਰਹੇ ਨੇ। ਇਹ ਤਾਂ ਕੁਦਰਤੀ ਨਾ ਗੱਲ ਹੈ ਸੰਸਾਰ ਦੀ। ਜੇ ਤੁਸੀਂ ਕਿਸੇ ਨੂੰ ਕੁਝ ਦਿਓ, ਉਹ ਤੁਹਾਡੀ ਮਹਿਮਾ ਕਰੇਗਾ, ਜੇ ਨਾ ਦਿਓ ਰੱਜ ਕੇ ਤੁਹਾਡੀ ਬਦਖੋਈ ਕਰੇਗਾ। ਇਹ ਸਾਰੇ ਕੰਮ ਚੱਲਦਾ। ਅਤੇ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਸੇ ਨੂੰ ਨਾ ਹੀ ਨਹੀਂ ਦਿੱਤੀ। ਉਹਨਾਂ ਦੇ ਕੋਲ ਤਾਂ ਮੋਦੀਖਾਨੇ ਵਿੱਚ ਜੋ ਵੀ ਆ ਗਿਆ ਸੋ ਸਭ ਨੂੰ ਦਿੱਤਾ। ਉਹ ਜਿਹੜੇ ਲਿਜਾਣੇ ਵਾਲੇ ਉਹੀ ਬਦਖੋਈ ਕਰਨ ਲੱਗ ਪਏ ਸੀਗੇ। ਇਹ ਤਾਂ ਕਹਿੰਦੇ ਸੋ ਲਟਾਈ ਜਾਂਦਾ ਮੋਦੀਖਾਨਾ, ਲਟਾਈ ਜਾ ਰਿਹਾ, ਇਹ ਭੱਜਣਾ ਨੇ ਇਸੇ ਤਰ੍ਹਾਂ ਹੀ, ਇੰਝ ਕਹਿੰਦੇ ਸੀ। ਸਾਰੇ ਸੀਗੇ ਵਡਿਆਈ ਕਰਨੇ ਵਾਲੇ, ਸੁਲਤਾਨਪੁਰ ਦੇ ਵਿੱਚ ਨਹੀਂ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਹੁਰੇ ਪਰਿਵਾਰ 'ਤੇ ਜਿਹੜਾ ਪਿੰਡ ਸੀ ਨਾ, ਸੱਚੇ ਪਾਤਸ਼ਾਹ ਜੀ ਤਾਂ ਚੋਣਾ ਗੋਤ ਸੀ ਨਾ, ਮੂਲ ਚੰਦ ਖੱਤਰੀ, ਪੱਖੋ ਕੇ ਰੰਧਾਵੇ, ਉੱਥੋਂ ਦਾ ਇੱਕ ਸਿੱਖ ਹੈ, ਉਹ ਚੌਧਰੀ ਜਿਹੜਾ ਸੀਗਾ, ਉਹ ਸੀ ਅਜਿੱਤਾ ਰੰਧਾਵਾ। ਇੰਨਾ ਸੀ ਵੀ ਉਸ ਨਗਰ ਦੇ ਵਿੱਚੋਂ ਇੱਕ ਸੀ ਜਿਸ ਨੇ ਗੁਰੂ ਨੂੰ ਜਾਣ ਲਿਆ, ਇੱਕ ਸੀ ਉਸ ਵੇਲਾ ਵੀ, ਅਤੇ ਬਾਕੀ ਤਾਂ ਸਾਰੇ ਗੱਲਾਂ ਕਰਨੇ ਵਾਲੇ ਸੀਗੇ। ਪਰ ਅੱਜ ਸਮਾਂ ਐਸਾ ਆ ਗਿਆ, ਅੱਜ ਕਹਿੰਦਾ ਸਗਲੇ ਯੁਗ ਅੰਦਰ, ਸਾਰੇ ਯੁੱਗਾਂ ਦੇ ਵਿੱਚ ਗੁਰੂ ਨਾਨਕ ਦੀ ਵਡਿਆਈ ਹੋ ਰਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਿ ਜੇ ਭਲਾ, ਜੇ ਤੂੰ ਚਾਹੁੰਦਾ ਨਾ ਮੈਂ ਭਲਾ ਬਣਾ, ਜਾਂ ਮੈਨੂੰ ਲੋਕ ਭਲਾ ਭਲਾ ਕਹਿਣ, ਚੰਗਾ ਚੰਗਾ ਕਹਿਣ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ
ਕਿਰਪਾ ਕਰੀ ਹਰ ਜਿਨ ਕਉ, ਉਹਦੀ ਕਿਰਪਾ ਮੰਗ, ਉਹਦੀ ਮਿਹਰ ਮੰਗ, ਅਤੇ ਉਹ ਹਰ ਵਕਤ ਮਿਹਰਾਂ ਵੰਡਦਾ। ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਫਿਰ ਸਦ ਬਖਸ਼ਿੰਦ ਹੈ। ਹੁਣ ਮਿਹਰ ਤਾਂ ਉਹਨੇ ਉਦੋਂ ਕਰਨੀ, ਉਦੋਂ ਕੋਈ ਦਾਤ ਦੇਣੀ ਹੈ, ਪਹਿਲੋਂ ਸਾਡੀ ਗਲਤੀ ਮਾਫ਼ ਕਰੂਗਾ, ਹੈ ਨਾ। ਪਹਿਲੋਂ ਸਾਡਾ ਭਾਂਡਾ ਧੋਊਗਾ, ਉਹ ਭਾਂਡਾ ਵੀ ਆਪ ਹੀ ਧੋ ਦਿੰਦਾ ਹੈ, ਗਲਤੀ ਮਾਫ਼ ਕਰ ਦਿੰਦਾ। ਜਿਹੜੀ ਗਲਤੀ ਨੂੰ ਮੁਆਫ਼ ਕਰਨਾ ਕਿਤੇ ਛੋਟੀ ਜਿਹੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਉਹਦੀ ਮਿਹਰ ਹੁੰਦੀ ਸਾਡੇ 'ਤੇ, ਫਿਰ ਸਾਡੀ ਗਲਤੀ ਉਹ ਮੁਆਫ਼ ਕਰਦਾ, ਫਿਰ ਗਲਤੀ ਸਾਡੀ ਮੁਆਫ਼ ਹੁੰਦੀ ਹੈ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਕਹਿੰਦੇ ਮਹਾਰਾਜ ਕਹਿੰਦੇ ਨਾਨਕ ਕਿਰਪਾ ਕਰੀ ਹਰ ਜਿਨ ਕਉ, ਜਿਨ੍ਹਾਂ 'ਤੇ ਰਹਿਮਤ ਕਰਦਾ, ਤੇ ਸੰਤ ਭਲੇ ਹਰ ਰਾਮ। ਉੱਦਾਂ ਤਾਂ ਸੰਤ ਬੜੇ ਤੁਰੇ ਫਿਰਦੇ ਨੇ, ਕੋਈ ਕਿਸੇ ਸੰਪਰਦਾ ਦੇ ਨਾਲ, ਕੋਈ ਕਿਸੇ ਸੰਪਰਦਾ ਦੇ ਨਾਲ, ਕਿਸੇ ਦਾ ਕੋਈ ਭੇਖ ਹੈ, ਕਿਸੇ ਦਾ ਕੋਈ ਭੇਖ ਹੈ। ਪਰ ਜਿਹੜੇ ਰੱਬ ਦੇ ਸੰਤ ਨੇ ਨਾ, ਰੱਬ ਦੇ ਪਿਆਰੇ, ਉਹ ਹੁੰਦੇ ਨੇ, ਉਹ ਹੁੰਦੇ ਜਿਨ੍ਹਾਂ 'ਤੇ ਉਹ ਆਪ ਕਿਰਪਾ ਕਰਦਾ ਹੈ। ਉਹਨਾਂ ਨੂੰ ਚੁਣਿਆ ਹੋਇਆ ਹੁੰਦਾ ਹੈ, ਉਹਨਾਂ ਨੂੰ ਖੇਵਟ ਬਣਾਇਆ ਹੁੰਦਾ ਹੈ, ਉਹਨਾਂ ਨੂੰ ਖੇਵਟ ਬਣਾਇਆ, ਮਲਾਹ ਬਣਾਇਆ, ਆਗੂ ਬਣਾਇਆ ਹੁੰਦਾ। ਉਹਨਾਂ ਨੇ ਆਪਣੇ ਵਿਚਾਰਾਂ ਨੂੰ ਮਾਰਿਆ ਹੋਇਆ ਹੁੰਦਾ ਹੈ। ਜਿਸ ਨੇ ਆਪਣੇ ਵਿਚਾਰ ਹੀ ਨਹੀਂ ਮਾਰੇ, ਉਹ ਕਾਹਦਾ ਸੰਤ ਹੈ। ਜਿਹਨੇ ਵਿਚਾਰ, ਉਹ ਤਾਂ ਆਪਣੇ ਵਿਚਾਰਾਂ ਪਿੱਛੇ ਤੁਰਿਆ ਹੋਇਆ, ਅਤੇ ਉਹਨਾਂ ਵਿਚਾਰਾਂ ਦੇ ਨਾਲ ਆਪਣੇ ਭਲੇ ਵਾਸਤੇ ਪਿਆ ਹੋਇਆ, ਕਿਤੇ ਮੇਰਾ ਭਲਾ ਹੋ ਜਾਵੇ ਕਿਸੇ ਤਰੀਕੇ ਦੇ ਨਾਲ। ਜਿਹਨੇ ਆਪਣੇ ਵਿਚਾਰ ਖਤਮ ਕਰ ਲਏ, ਉਹਨੂੰ ਆਪਣੇ ਭਲੇ ਦਾ ਕੋਈ ਫਿਕਰ ਨਹੀਂ। ਵਿਚਾਰ ਖਤਮ ਹੋ ਗਏ, ਉਹ ਤਾਂ ਦੇਖਦਾ ਰੱਬੀ ਹੁਕਮ ਕੀ ਹੈ, ਨਾਲੇ ਰੱਬੀ ਹੁਕਮ ਸੁਣਦਾ ਵੀ ਉਹਨੂੰ ਹੀ ਹੈ ਜਿਹਦੇ ਵਿਚਾਰ ਖਤਮ ਹੋ ਗਏ। ਜਿਹਦੇ ਅੰਦਰ ਉਹਦੇ ਮਨ ਨੇ ਵਿਚਾਰਾਂ ਦਾ ਹੀ ਰੌਲਾ ਪਾ ਲਿਆ, ਅਤੇ ਉਹਨੂੰ ਰੱਬ ਦੀ ਗੱਲ ਕਿੱਥੋਂ ਸੁਣ ਜੂ? ਉਹਨੂੰ ਹੁਕਮ ਸੁਣੇਗਾ? ਕਦੀ ਹੁਕਮ ਸੁਣ ਹੀ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੰਤ ਭਲੇ ਨੇ ਜਿਹੜੇ ਹਰੀ ਦੇ ਰਾਮ ਦੇ ਨੇ। ਅਤੇ ਹਰੀ ਦੇ ਸੰਤ ਬਣਦੇ ਕਿੱਦਾਂ ਨੇ? ਕਹਿੰਦੇ ਜਿਨ੍ਹਾਂ ਦੇ ਉੱਤੇ ਕਿਰਪਾ ਕਰ ਦਿੰਦਾ, ਮਿਹਰ ਕਰ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਪਾਵਨ ਉਪਦੇਸ਼ ਬਖਸ਼ਿਆ ਜੀ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਬਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੂੰ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਕਰਦਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਭਾਵੇਂ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਦਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ, ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੂਹਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਹਮ ਬਾਰਕ ਤੇਰੇ।
ਸੁਨੇਰੀ ਤੁਮਰਾ ਅੰਤ ਸੇ ਊਚਾ ਭਗਵੰਤ ਸੂਤਰਕਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮ ਹੀ ਗਿਆਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੇਲੇ ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋਤਰੇ ਪਾਰ ਵਾਹਿਗੁਰੂ ਪਾਰ ਉਤਾਰਨਹਾਰ ਕਲਗੀ ਸੋ ਹੈ ਸੀਸ ਹੋਰ ਕਲਗੀ ਤਾਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ
ਤ੍ਰਿਸ਼ਨਾਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਣਾਈ। ਸੋ ਕਾਹੂ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਹਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। जब हम होते तब तू नाही, अब तू ही मैं नाही। अनल अगम जैसे लहर में उदध, जल केवल जल माही। माधवे क्या कहिए भ्रम ऐसा, जैसा मानिए होए न तैसा रहा। नारपत एक सिंहासन सोया, सुपने बया भिखारी। अछत राज बिशरत दुख पाया, सोगत भई हमारी। राज भयंग पर संग जैसे है, अब कछ मर्म जनाया। अनक कटक जैसे भूल परे, अब कहते कहन न आया। सर्वेक अनेक स्वामी, सब कट भुगवै सोई। कह रविदास हाथ पै नेरै, सहजे होई सोई। सर्वेक अनेक स्वामी, सब कट भुगवै सोई। कह रविदास हाथ पै नेरै, सहजे होए सो होई। वाहिगुरू जी का खालसा, वाहिगुरू जी की फतेह। जपो सतनाम 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 जी। वाहिगुरू 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 जी। जपो सतनाम 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 जी। वाहिगुरू 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 जी। जपो सतनाम 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 जी। वाहिगुरू 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 जी। वाहिगुरू जी का खालसा, वाहिगुरू जी की फतेह।